कोविड आ गया, कोविड ने बहुत ज़्यादा इसनू पुश करता और कोविड का एको ही ट्रीटमेंट है कि ऑक्सीजन। घर दे विच मैडिकल ऑक्सीजन चाहिए है जिन्हां नूं लंग्स की प्रॉब्लम है, अस्थमा की प्रॉब्लम है या कैंसर है या डॉक्टर कहते भी घर जाके ट्रीटमेंट करो, वो उन्हां नूं असीं फ्री ऑक्सीजन के सिलेंडर देते हैं। ਸਾਡੀ ਇਹ ਲੋਕਾਂ ਨੂੰ ਤੁਹਾਡੇ ਚੈਨਲ ਤੇ ਮਰੀਏ ਵੀ ਰਿਕੁਐਸਟ ਕਰਨਾ ਚਾਹਾਂਗੇ ਜਿਹਦੇ ਲੋਕਾਂ ਦੇ ਸਿਲੰਡਰ ਲੋਡ ਨਹੀਂ ਹੈਗੇ ਉਹ ਕਾਈਂਡਲੀ ਸਾਡੇ ਕੋਲ ਸਿਲੰਡਰ ਵਾਪਸ ਕਰ ਦੇਣ, ਅਸੀਂ ਹੋਰ ਕਿਸੇ ਦੀ ਸੇਵਾ ਕਰ ਸਕੀਏ। ट्वेंटी 4/7 खुली है फैक्ट्री, जदों मर्जी कोई आवे सिलेंडर भरवावे और लैके जावे। पर असी चाहते हैं भी ये सेवा जब तक फैक्ट्री रवे, जब तक असी काम करते हैं तब तक लगी रहे, असी सेवा करते रहिए तो सच्चे पातशाह सानू मौका दे ही रखे। एक्चुअली साडा पेशेंट ग्रेशियन हॉस्पिटल ਦੇ ਵਿੱਚ ਐਡਮਿਟ ਆ। ਸਾਨੂੰ ਉੱਥੋਂ ਐਂਬੂਲੈਂਸ ਵਾਲੇ ਤੋਂ ਪਤਾ ਲੱਗਿਆ ਸੀ ਵੀ ਉੱਥੇ ਤੁਸੀਂ ਸਿਲੰਡਰ ਲੈ ਜਾਓ, ਸਾਨੂੰ ਫ੍ਰੀ ਲੰਗਰਾਂ ਨੂੰ ਸੇਵਾ ਦੇ ਦੇਣ। ਉਹ ਕਹਿੰਦੇ ਵੀ ਜੇ ਤੁਸੀਂ ਪੇਸ਼ੈਂਟ ਲਈ ਲੈ ਕੇ ਜਾਣਾ ਡਾਇਰੈਕਟ 1-2 ਸਿਲੰਡਰ ਜਿੰਨੇ ਵੀ ਹੈਗੇ ਆ ਤਾਂ ਅਸੀਂ ਰੀਫਿਲ ਫ੍ਰੀ ਕਰਕੇ ਦੇਵਾਂਗੇ। ਮੇਰੇ ਫਾਦਰ ਸਾਹਿਬ ਸਰਦਾਰ ਅਜੈਬ ਸਿੰਘ, ਉਹਨਾਂ ਨੂੰ ਕੋਵਿਡ ਸੀ ਤੇ ਉਹਨਾਂ ਨੂੰ ਅਸੀਂ 13 ਦਿਨ ਮਾਇਓ ਹਸਪਤਾਲ ਵਿੱਚ ਰੱਖਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੁੱਟੀ ਉਹਨਾਂ ਨੇ ਕਰਤੀ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਘੱਟੋ ਘੱਟ 10 ਦਿਨ ਜਾਂ 15 ਦਿਨ ਇਹਨਾਂ ਨੂੰ ਆਕਸੀਜਨ ਤੇ ਰੱਖਣਾ ਪਵੇਗਾ ਤੇ ਸਾਨੂੰ ਕਿਸੇ ਰਾਹੀਂ ਪਤਾ ਲੱਗਿਆ ਕਿ ਇੱਥੋਂ ਫ੍ਰੀ ਦੇ ਵਿੱਚ ਸਿਲੰਡਰ ਭਰਦੇ ਨੇ। ਅਸੀਂ ਇੱਥੇ ਆਏ ਤੇ ਅਸੀਂ 5-6 ਦਿਨ ਤੋਂ ਲਗਾਤਾਰ ਇਹ ਸਿਲੰਡਰ ਲਿਜਾ ਰਹੇ ਹਾਂ ਭਰ ਕੇ ਤੇ ਅਜੇ ਤੱਕ ਸਾਨੂੰ ਇੱਥੋਂ ਕੋਈ ਦਿੱਕਤ ਨਹੀਂ ਹੈ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਕਰੋਨਾ ਦੇ ਕਾਲ ਦੇ ਵਿੱਚ ਜਿੱਥੇ ਹਰੇਕ ਵਿਅਕਤੀ ਆਪਣੇ ਤੌਰ ਤੇ ਸਾਵਧਾਨੀ ਵਰਤ ਰਿਹਾ ਹੈ, ਉੱਥੇ ਬਹੁਤ ਸਾਰੇ ਲੋਕ ਕੋਸ਼ਿਸ਼ ਕਰ ਰਹੇ ਨੇ ਕਿ ਜਿਸ ਤਰੀਕੇ ਨਾਲ ਵੀ ਹੋ ਸਕੇ ਲੋਕਾਂ ਦੀ ਮਦਦ ਕੀਤੀ ਜਾਵੇ। ਸਾਡੇ ਨਾਲ ਹਿਟੈਚੀ ਦੇ ਡਾਇਰੈਕਟਰ ਜਿਹੜੇ ਨੇ ਅੱਜ ਉਹ ਮੌਜੂਦ ਨੇ, RS ਸਚਦੇਵਾ ਤੇ ਉਹਨਾਂ ਦੇ ਭਰਾ। ਇਹਨਾਂ ਦੇ ਵੱਲੋਂ ਉਚੇਚੇ ਤੌਰ ਤੇ ਲੋਕਾਂ ਨੂੰ ਇੱਕ ਵੱਡੀ ਸਹੂਲਤ ਦਿੱਤੀ ਜਾ ਰਹੀ ਹੈ ਮੁਫਤ ਦੇ ਵਿੱਚ ਆਕਸੀਜਨ ਮੁਹੱਈਆ ਕਰਵਾ ਕੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਥਾਵਾਂ ਤੇ ਆਕਸੀਜਨ ਦੀ ਘਾਟ ਦੇ ਕਰਕੇ ਵੀ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਇਸ ਪਰਿਵਾਰ ਦੇ ਵੱਲੋਂ ਆਪਣੇ ਤੌਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਲੋਕਾਂ ਦੀ ਮਦਦ ਕਰੀਏ। ਸਰ, ਸਭ ਤੋਂ ਪਹਿਲਾਂ ਤਾਂ ਬੜਾ ਨੇਕ ਉਪਰਾਲਾ ਕਰ ਰਹੇ ਹੋ ਤੁਸੀਂ, ਕਿਉਂਕਿ ਇਸ ਵੇਲੇ ਕਰੋਨਾ ਦੇ ਕਾਲ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਇੱਦਾਂ ਦੀਆਂ ਘਟਨਾਵਾਂ ਵੀ ਵਾਪਰੀਆਂ ਜਿੱਥੇ ਆਕਸੀਜਨ ਦੀ ਘਾਟ ਦੇ ਕਾਰਨ ਮਰੀਜ਼ਾਂ ਦੀ ਡੈਥ ਹੋ ਗਈ ਹੈ। ਕਿਵੇਂ ਸੋਚਿਆ ਸੀ ਕਿ ਇਸ ਤਰੀਕੇ ਨਾਲ ਵੀ ਮਦਦ ਕੀਤੀ ਜਾ ਸਕਦੀ? ਸਾਡਾ ਇਹ ਜਿਹੜਾ ਫੈਕਟਰੀ ਦਾ ਸੈਟਅਪ ਹੈ ਇਹ 28 ਸਾਲ ਪੁਰਾਣਾ ਹੈ ਤੇ ਅਸੀਂ 28 ਸਾਲ ਤੋਂ ਇਹ ਯੂਨਿਟ ਦੇ ਤੋਂ ਬਾਅਦ 22 ਸਾਲ ਤੋਂ ਅਸੀਂ ਚੈਰਿਟੀ ਦਾ ਕੰਮ ਕਰ ਰਹੇ ਹਾਂ। ਇਸ ਚੈਰਿਟੀ ਦੇ ਕੰਮ ਦੇ ਵਿੱਚ ਅਸੀਂ ਫੈਮਿਲੀ ਵੱਲੋਂ ਡਿਸਾਈਡ ਕੀਤਾ ਸੀ ਕਿ ਕੁਝ ਸਿਲੰਡਰਸ ਵੱਖਰੇ ਰੱਖ ਕੇ ਇੱਕ ਫੈਮਿਲੀ ਦਾ ਟਰਸਟ ਬਣਾਇਆ ਔਰ ਟਰਸਟ ਦੇ ਨਾਮ ਤੇ ਅਸੀਂ ਲੋਕਾਂ ਨੂੰ, ਜਿਹੜੇ ਲੋਕਾਂ ਨੂੰ ਘਰ ਦੇ ਵਿੱਚ ਮੈਡੀਕਲ ਆਕਸੀਜਨ ਚਾਹੀਦੀ ਹੈ, ਜਿਨ੍ਹਾਂ ਨੂੰ लंग्स की प्रॉब्लम है, अस्थमा की प्रॉब्लम है या कैंसर है या डॉक्टर कहते भी घर जाके ट्रीटमेंट करो, वो उन्होंने असी फ्री ऑक्सीजन के सिलेंडर देते हैं। ये बहुत साल तो चल रहा है, लेकिन हुण अनफॉर्चुनेटली कोविड आ गया। कोविड ने बहुत ज़्यादा इसनू पुश करता और कोविड का एको ही ट्रीटमेंट है कि ऑक्सीजन, तो वो मैडिकल ऑक्सीजन की शॉर्टेज आ गई। लेकिन उपराला चल रहा है पिछले 1.25 साल तो पूरे जोरों नाल चल रहा है। मेरे ब्रदर इत्थे सारे हरप्रीत जी फैक्ट्री देखते हैं, इन्होंने सारा ये सिस्टम दे विच असी होर सिलेंडर भी पाए हैं, लेकिन अनफॉर्चुनेटली सिलेंडर वापस नहीं आ रहे लोगों को। जिहड़े सिलेंडर लै जाते हैं वो वापस नहीं देंगे, वो अपने घर ही रख रहे हैं। तो हुण असी रिक्वेस्ट कर रहे हैं क्योंकि साढ़े को सिलेंडर मुक गए हैं। ऑक्सीजन असी बहुत अजे भी फ्री देने, जिन्नी कोई आ जाए, जिन्हों कोई चाहिए आ जाए लै जाए, लेकिन सिलेंडर नहीं है। सिलेंडर वास्ते उन्होंने रिक्वेस्ट करते हैं भी सिलेंडर तुसीं अपना अरेंज कर लो। और जोड़े सिलेंडर साढ़े लोगों को गए हुए हैं वो घूम के आते हैं, वो लही देने। कई जोड़े सिलेंडर ना होने करके ਹੁਣ ਲੋਕ ਆਪਣੇ ਇੰਡਸਟਰੀ ਦੇ ਸਿਲੰਡਰ ਵੀ ਵਰਤ ਰਹੇ ਹਨ। ਪਰ ਜਿਸ ਤਰੀਕੇ ਨਾਲ ਕੋਵਿਡ ਦੀ ਸਮੱਸਿਆ ਇਸ ਵੇਲੇ ਕਾਫੀ ਗੰਭੀਰ ਹੋ ਗਈ ਹੈ ਤਾਂ ਇਸ ਹਿਸਾਬ ਨਾਲ ਹੁਣ ਆਕਸੀਜਨ ਦੀ ਡਿਮਾਂਡ ਵੀ ਕਾਫੀ ਵੱਧ ਗਈ ਹੋਣੀ ਹੈ ਇਸ ਵਕਤ।
ਮੈਂ ਕਹਾਂਗਾ ਜੀ 7 to 8 ਟਾਈਮਸ ਡਿਮਾਂਡ ਵੱਧ ਚੁੱਕੀ ਹੈ ਔਰ ਇੰਡਸਟਰੀ ਨੂੰ ਅਸੀਂ ਬਿਲਕੁਲ ਕੁਝ ਵੀ ਇਸ ਵੇਲੇ ਗਵਰਨਮੈਂਟ ਨੇ ਮਨਾ ਕੀਤਾ, ਗਵਰਨਮੈਂਟ ਨੇ ਇੰਡਸਟਰੀ ਨੂੰ ਮਟੀਰੀਅਲ ਨਾ ਦਿਓ, ਨਹੀਂ ਦੇ ਰਹੇ। ਸੋ ਉਸ ਸਿਚੁਏਸ਼ਨ 'ਚ ਅਸੀਂ ਮੈਡੀਕਲ ਦੀ ਵੀ ਡਿਮਾਂਡ ਪੂਰੀ ਨਹੀਂ ਕਰ ਪਾ ਰਹੇ, ਇੰਨੀ ਜ਼ਿਆਦਾ ਟਾਈਟਨੈਸ ਹੈ, ਇੰਨੀ ਜ਼ਿਆਦਾ ਪੋਜੀਸ਼ਨ ਖਰਾਬ ਹੈ। ਹਰਪ੍ਰੀਤ ਜੀ, ਤੁਸੀਂ ਲਗਾਤਾਰ ਇਹ ਸਾਰਾ ਮਾਹੌਲ ਜਿਹੜਾ ਇਸ ਵੇਲੇ, ਕਿਉਂਕਿ ਕਰੋਨਾ ਦੇ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਨੇ, ਤੁਸੀਂ ਸਾਰਾ ਮਾਹੌਲ ਦੇਖ ਰਹੇ ਹੋਵੋਗੇ। ਇਸ ਵੇਲੇ ਮੈਨੇਜ ਕਰਨਾ ਮੁਸ਼ਕਿਲ ਤਾਂ ਨਹੀਂ ਹੋ ਰਿਹਾ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਹੈ ਉਸ ਹਿਸਾਬ ਨਾਲ, ਕਿਉਂਕਿ ਜਿੱਦਾਂ ਸਰ ਉਹਨਾਂ ਨੇ ਦੱਸਿਆ ਕਿ ਕਿਤੇ ਨਾ ਕਿਤੇ ਸਿਲੰਡਰ ਲੋਕਾਂ ਤੱਕ ਪਹੁੰਚ ਜਾਂਦੇ ਨੇ ਫਿਰ ਵਾਪਸ ਨਹੀਂ ਆਉਂਦੇ, ਕਿੰਨੀਆਂ ਕੁ ਦਿੱਕਤਾਂ ਦਾ ਸਾਹਮਣਾ? ਅਸੀਂ ਫੈਮਿਲੀ ਦਾ ਟੀਮ ਵਰਕ ਦੇ ਨਾਲ ਸਾਰੇ ਰਲ ਕੇ ਚੱਲ ਰਹੇ ਹਾਂ, ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਡਿਊਟੀਆਂ ਦੇ ਰਹੇ ਹਾਂ। ਸਾਡੀ ਇਹ ਲੋਕਾਂ ਨੂੰ ਤੁਹਾਡੇ ਚੈਨਲ ਤੇ ਮਰੀਏ ਵੀ ਅਸੀਂ ਰਿਕੁਐਸਟ ਕਰਨਾ ਚਾਹਾਂਗੇ, ਜਿਹਦੇ ਲੋਕਾਂ ਦੇ ਸਿਲੰਡਰ ਲੋਡ 'ਚ ਨਹੀਂ ਹੈਗੇ ਉਹ ਕਾਈਂਡਲੀ ਸਾਡੇ ਕੋਲ ਸਿਲੰਡਰ ਵਾਪਸ ਕਰ ਦੇਣ, ਅਸੀਂ ਹੋਰ ਕਿਸੇ ਦੀ ਸੇਵਾ ਕਰ ਸਕੀਏ, ਅਸੀਂ ਹੋਰ ਲੋਕਾਂ ਨੂੰ ਜਿਹਨਾਂ ਨੂੰ ਜ਼ਿਆਦਾ ਲੋੜ ਹੈ ਉਹਨਾਂ ਨੂੰ ਅਸੀਂ ਆਕਸੀਜਨ ਦੇ ਸਕੀਏ। ਸਾਡੀ ਲੋਕਾਂ ਨੂੰ ਇਹ ਰਿਕੁਐਸਟ ਹੈ। ਔਰ ਜਿਹੜਾ ਵੀ ਆਪਣੇ ਖਾਲੀ ਸਿਲੰਡਰ ਜਿਹਦੇ ਕੋਲ ਹੈਗਾ ਉਹ ਸਾਡੇ ਕੋਲ 24 ਘੰਟੇ 7 ਦਿਨ ਜਦੋਂ ਮਰਜ਼ੀ ਆ ਕੇ ਭਰਵਾ ਸਕਦਾ, ਅਸੀਂ ਫ੍ਰੀ ਤੁਹਾਨੂੰ ਦੇਵਾਂਗੇ। ਔਰ ਪਿਛਲੇ ਆ ਰਹੇ ਸਾਲਾਂ ਉਹੀ ਸਰ ਦੱਸ ਰਹੇ ਸੀ ਕਿ ਲੰਮਾ ਸਮਾਂ ਹੋ ਗਿਆ ਪਰਿਵਾਰ ਨੂੰ ਇਹ ਮਦਦ ਕਰਦੇ ਨੂੰ, ਸੇਵਾ ਕਰਦਿਆਂ ਨੂੰ। ਇਹ ਆਈਡੀਆ ਕਿੱਦਾਂ ਆਇਆ ਸੀਗਾ ਵੀ ਇਦਾਂ ਵੀ ਸੇਵਾ ਕੀਤੀ ਜਾ ਸਕਦੀ ਹੈ ਲੋਕਾਂ ਨੂੰ ਫ੍ਰੀ ਆਕਸੀਜਨ ਦੇ ਕੇ? ਅਸੀਂ ਬਟਾਲੇ ਤੋਂ ਬਿਲੋਂਗ ਕਰਦੇ ਹਾਂ ਜੀ। ਮੇਰੇ ਦਾਦਾ ਜੀ ਨੇ ਇਹ ਸ਼ੁਰੂ ਕੀਤਾ ਸੀ ਕੰਮ, ਉਸ ਤੋਂ ਬਾਅਦ ਸਾਡੇ ਡੈਡੀ ਜਦੋਂ ਇੱਥੇ ਆਏ ਉਹਨਾਂ ਨੇ ਆ ਕੇ ਕਿਹਾ ਕਿ ਤੁਸੀਂ ਇਹ ਕੰਮ ਵਾਸਤੇ ਦਾਦਾ ਜੀ ਦੇ ਨਾਮ ਤੋਂ ਟਰਸਟ ਬਣਾ ਕੇ ਫ੍ਰੀ ਸੇਵਾ ਕਰਨੀ ਹੈ। ਸਾਨੂੰ ਅਸੀਂ ਉਸ ਤੋਂ ਡੈਡੀ ਦੇ ਕਦਮਾਂ ਦੇ ਮੁਤਾਬਕ ਚੱਲ ਰਹੇ ਹਾਂ ਤੇ ਫ੍ਰੀ ਸੇਵਾ ਕਰ ਰਹੇ ਹਾਂ। ਹੁਣ ਤੱਕ ਤਾਂ ਹਜ਼ਾਰਾਂ ਨਹੀਂ ਲੱਖਾਂ ਗਿਣਤੀ ਦੇ ਵਿੱਚ ਹੋਣਗੇ ਲੋਕ ਜਿਨ੍ਹਾਂ ਨੇ ਲਾਹਾ ਲਿਆ ਹੋਊਗਾ। ਬਿਲਕੁਲ ਜੀ, ਜਿੰਨੀ ਵਾਹਿਗੁਰੂ ਬਖਸ਼ਿਸ਼ ਕਰੇਗਾ ਸਾਨੂੰ, ਅਸੀਂ ਜਿੰਨੀ ਸੇਵਾ ਪੁੱਜੇਗੀ ਸਾਡੇ ਕੋਲ ਅਸੀਂ ਕਰਾਂਗੇ। ਬਾਬਾ ਨਾਨਕ ਜੀ ਕਹਿੰਦੇ ਨੇ ਕਿ ਲੰਗਰ ਕਿਸੇ ਵੀ ਤਰੀਕੇ ਦੇ ਵਿੱਚ ਹੋ ਸਕਦਾ, ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ, ਸੇਵਾ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ, ਤੇ ਇਹ ਵੀ ਇੱਕ ਵਿਲੱਖਣ ਸੇਵਾ ਹੈਗੀ ਜਿਹੜੀ ਤੁਸੀਂ ਕਰ ਰਹੇ ਹੋ। ਬਿਲਕੁਲ ਜੀ ਬਿਲਕੁਲ, ਜਿੰਨਾ ਵਾਹਿਗੁਰੂ ਸਾਨੂੰ ਤਾਕਤ ਬਖਸ਼ੇ ਅਸੀਂ ਤੇ ਜਨੇ ਉਨੀ ਲੋਕਾਂ ਦੀ ਸੇਵਾ ਕਰੀਏ, ਜਿਸ ਤਰ੍ਹਾਂ ਜਿੰਨੀ ਵੱਧ ਤੋਂ ਵੱਧ ਸੇਵਾ ਕਰ ਸਕਦੇ ਅਸੀਂ ਕਰਾਂਗੇ। ਸਾਡੇ ਕੋਲ ਆਕਸੀਜਨ ਜਿਹੜਾ ਮਰਜ਼ੀ ਆ ਕੇ ਫ੍ਰੀ ਲੈ ਕੇ ਜਾਏ, ਆਪਣਾ ਸਿਲੰਡਰ ਲੈ ਕੇ ਆਏ ਅਸੀਂ ਫ੍ਰੀ ਦੇਵਾਂਗੇ। ਕਿ ਜੇ ਕੋਈ ਲੋਕ ਆਪਣਾ ਸਿਲੰਡਰ ਵੀ ਲੈ ਕੇ ਆਉਂਦੇ ਤਾਂ ਉਹ ਵੀ ਤੁਸੀਂ ਭਰ ਕੇ ਦਿੰਦੇ ਆ? ਅਸੀਂ ਬਿਲਕੁਲ ਉਹਨੂੰ ਫ੍ਰੀ ਭਰ ਕੇ ਦਿੰਦੇ। ਕੋਈ ਟਰਮਸ ਐਂਡ ਕੰਡੀਸ਼ਨ ਤਾਂ ਨਹੀਂ ਹੈਗੀਆਂ ਸਰ? ਨਹੀਂ, ਅਸੀਂ ਉਹਨਾਂ ਕੋਲੋਂ ਅੱਗੇ ਸਿਕਿਉਰਿਟੀ ਲੈਂਦੇ ਸੀ, ਬੜੀ ਥੋੜੀ ਸਿਕਿਉਰਿਟੀ, ਉਦੋਂ ਸਿਲੰਡਰ ਦੀ ਕਾਸਟ ਘੱਟ ਹੁੰਦੀ ਸੀ, ਹੁਣ ਸਿਲੰਡਰ ਦੀ ਕਾਸਟ ਬਹੁਤ ਉੱਪਰ ਚਲੀ ਗਈ ਹੈ। ਲੇਕਿਨ ਜਿਵੇਂ ਇੱਥੇ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਹੈ ਸੱਭਰਵਾਲ ਸਾਹਿਬ ਦੀ, ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਕਿ ਤੁਹਾਡਾ ਨੈਟਵਰਕ ਹੈਗਾ, ਤੁਸੀਂ ਸਿਲੰਡਰ ਲਓ। ਉਹਨਾਂ ਨੂੰ ਅਸੀਂ ਸਿਲੰਡਰ ਦੇ ਦਿੱਤੇ। ਉਹਨਾਂ ਕੋਲ ਇਸ ਵੇਲੇ 40 ਤੋਂ 50 ਸਿਲੰਡਰ ਹੈ ਸਾਡੇ, ਉਹ ਸਾਰੇ ਜਿੰਨੇ ਵੀ ਹੈ ਰੋਜ਼ ਭਰਵਾਉਣ ਆਉਂਦੇ ਆ, ਅਸੀਂ ਉਹਨਾਂ ਦੇ ਫ੍ਰੀ ਸਿਲੰਡਰ ਭਰਦੇ ਆ, ਉਹ ਅੱਗੋਂ ਲੋਕਾਂ ਨੂੰ ਫ੍ਰੀ ਦਿੰਦੇ ਆ। ਲੋਕਾਂ ਦੀ ਸਿਕਿਉਰਿਟੀ ਲੈ ਲੈਂਦੇ ਸਿਲੰਡਰ ਦੀ, ਲੇਕਿਨ ਉਹ ਸਿਲੰਡਰ ਗੈਸ ਫ੍ਰੀ ਦਿੰਦੇ ਆ ਤੇ ਉਹ ਸੇਵਾ ਕਰ ਰਹੇ ਆ ਸਾਡੇ ਤੋਂ ਵੀ ਜ਼ਿਆਦਾ। ਉਹ ਕੋਈ ਘੱਟੋ ਘੱਟ 20-25 ਸਿਲੰਡਰ ਰੋਜ਼ ਅੱਜ ਕੱਲ੍ਹ ਲੈ ਕੇ ਜਾਂਦੇ ਆ ਸਾਡੇ ਕੋਲੋਂ। ਇਸ ਤਰ੍ਹਾਂ ਹੀ ਦਿੱਲੀ ਤੋਂ ਹੇਮਕੁੰਟ ਸੁਸਾਇਟੀ ਹੈ, ਟਰਸਟ ਹੈ, ਉਹਨਾਂ ਨੇ ਵੀ ਬੜੀ ਸਾਨੂੰ ਅਪਰੋਚ ਕੀਤੀ ਹੈ। ਉਹਨਾਂ ਵੀ ਕਿਹਾ ਕਿ ਸਿਲੰਡਰ ਭਰਵਾਉਣੇ ਆ, ਮੈਂ ਕਿਹਾ ਭਰਵਾਓ। ਉਹ ਅੱਗੇ ਔਨ ਕਾਸਟ ਭਰਵਾਉਂਦੇ ਸੀ, ਅਸੀਂ ਉਹਨਾਂ ਨੂੰ ਫ੍ਰੀ ਭਰ ਕੇ ਦੇ ਰਹੇ ਹਾਂ। ਸੋ ਸਿਲੰਡਰ ਦੀ ਹੀ ਇਸ਼ੂ ਹੈ, ਗੈਸ ਫ੍ਰੀ ਹੈ। ਗੈਸ ਜਦੋਂ ਮਰਜ਼ੀ 24 ਘੰਟੇ, ਜਿਸ ਤਰ੍ਹਾਂ ਹਰਪ੍ਰੀਤ ਜੀ ਨੇ ਦੱਸਿਆ 24/7 ਖੁੱਲ੍ਹੀ ਹੈ ਫੈਕਟਰੀ, ਜਦੋਂ ਮਰਜ਼ੀ ਕੋਈ ਆਵੇ ਸਿਲੰਡਰ ਭਰਵਾਵੇ ਔਰ ਲੈ ਕੇ ਜਾਵੇ। ਸਰ ਜੀ, ਅਸੀਂ ਗੱਲ ਕਰੀਏ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਕਿ ਦਿੱਲੀ ਤੋਂ ਵੀ ਲੋਕੀ ਅਪਰੋਚ ਕਰ ਰਹੇ ਨੇ, ਪੰਜਾਬ ਦੇ ਵਿੱਚ ਤਾਂ ਹੈਗੇ ਨੇ, ਇਸ ਤੋਂ ਇਲਾਵਾ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਨਾਲ ਦੀਆਂ ਹੋਰ ਸੂਬੇ ਵੀ ਜਿਹੜੇ ਨੇ ਉਹ ਵੀ ਕਹਿ ਰਹੇ ਨੇ ਕਿ ਸਾਨੂੰ ਲੋੜ ਹੈਗੀ ਆ, ਤਾਂ ਉਹਨਾਂ ਦੇ ਵੱਲੋਂ ਵੀ ਰਾਬਤਾ ਕੀਤਾ ਜਾ ਰਿਹਾ। ਹਰਿਆਣਾ ਹੋ ਗਿਆ ਜਾਂ ਹੋਰ ਸੂਬੇ ਹੋ ਗਏ, ਉਹਨਾਂ ਦੇ ਵੱਲੋਂ ਵੀ ਲਗਾਤਾਰ ਡਿਮਾਂਡ ਆ ਰਹੀ ਹੈ। ਜਿਹੜੀ ਚੈਰਿਟੀ ਹੈ, ਜਿਹੜਾ ਫ੍ਰੀ ਲੰਗਰ ਹੈ, ਉਹ ਹਰਿਆਣੇ ਤੋਂ ਤਾਂ ਨਹੀਂ ਅਸੀਂ ਸੁਣਿਆ, ਦਿੱਲੀ ਚੱਲ ਰਿਹਾ, ਕਿਉਂਕਿ ਇਹ ਸਿੱਖਾਂ ਨੂੰ ਇੱਕ ਦਾਤ ਦਿੱਤੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਨੇ, ਬਾਬਾ ਜੀ ਨੇ, ਉਹੀ ਕਰ ਰਹੇ ਆ। ਦਿੱਲੀ 'ਚ ਵੀ ਚੱਲ ਰਹੀ ਹੈ, ਇੱਥੇ ਵੀ ਚੱਲ ਰਹੀ ਹੈ, ਇੱਥੇ ਵੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਚੱਲ ਰਹੀ ਹੈ, ਅਸੀਂ ਕਰ ਰਹੇ ਹਾਂ। ਸੋ ਬਾਕੀ ਜਿਹੜਾ ਇੰਡਸਟਰੀਅਲ ਜਾਂ ਮੈਡੀਕਲ ਸਪਲਾਈ ਹੈ ਉਹ ਜ਼ਰੂਰ ਜਾਂਦੀ ਹੈ ਸਾਡੀ, ਉਹ ਔਨ ਕਾਸਟ ਜਾਂਦੀ ਹੈ, ਹਸਪਤਾਲਾਂ ਨੂੰ ਵੀ ਜਾਂਦੀ ਹੈ, ਹਰਿਆਣੇ 'ਚ ਵੀ ਜਾਂਦੀ ਹੈ, ਚੰਡੀਗੜ੍ਹ ਵੀ ਜਾਂਦੀ ਹੈ, ਪੰਚਕੂਲੇ ਵੀ ਜਾਂਦੀ ਹੈ, ਸਾਰੇ ਪੰਜਾਬ 'ਚ ਜਾਂਦੀ ਹੈ, ਅੰਮ੍ਰਿਤਸਰ ਤੱਕ ਜਾਂਦੀ ਹੈ, ਉਹ ਅਸੀਂ ਔਨ ਕਾਸਟ ਦਿੰਦੇ ਹਾਂ। ਸੇਵਾ ਵਾਲੀ ਤੁਸੀਂ ਜਾਣੀ ਕਿ 2 ਥਾਵਾਂ ਤੇ ਇਸ ਵੇਲੇ ਤੁਸੀਂ ਇੱਥੇ ਦੇ ਰਹੇ ਹੋ ਤੇ ਦਿੱਲੀ ਦੇ ਵਿੱਚ ਦਿੱਤੀ ਜਾ ਰਹੀ ਤੁਹਾਨੂੰ? ਤਿੰਨ ਜਗ੍ਹਾ ਤੇ ਇੱਕ ਆਪ ਕਰ ਰਹੇ ਹਾਂ, ਇੱਕ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਕਰ ਰਹੀ ਹੈ, ਇੱਕ ਹੇਮਕੁੰਟ ਸਾਹਿਬ ਸੇਵਾ ਸੁਸਾਇਟੀ ਕਰ ਰਹੀ ਹੈ। ਸਰ ਇਹ ਬੜਾ, ਕਿਉਂਕਿ ਅਸੀਂ ਜਦੋਂ ਲੋਕਾਂ ਤੱਕ ਪਹੁੰਚ ਕਰਦੇ ਹਾਂ, ਲੋਕੀ ਅਸੀਂ ਜਿਸ ਤਰੀਕੇ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਦਿੱਲੀ ਦੀਆਂ ਬਰੂਹਾਂ ਤੇ, ਉੱਥੇ ਵੀ ਹਰੇਕ ਬੰਦਾ ਆਪਣੇ ਤਰੀਕੇ ਨਾਲ ਮਦਦ ਕਰ ਰਿਹਾ ਹੈ। ਹੁਣ ਕਰੋਨਾ ਦਾ ਕਾਲ ਚੱਲ ਰਿਹਾ, ਇੱਥੇ ਵੀ ਲੋਕ ਕਿਸੇ ਨਾ ਕਿਸੇ ਤਰੀਕੇ ਲੋਕਾਂ ਤੱਕ ਪਹੁੰਚ ਕਰ ਰਹੇ ਆ, ਆਪਣੇ ਹਿਸਾਬ ਨਾਲ ਮਦਦ ਕਰ ਰਹੇ ਆ। ਇੱਕ ਆਤਮਿਕ ਸੰਤੁਸ਼ਟੀ ਬੰਦੇ ਨੂੰ ਮਿਲਦੀ ਹੁੰਦੀ ਹੈ ਕਿ ਹਾਂ ਵੀ ਅਸੀਂ ਚਲੋ ਇਹ ਸਾਡਾ ਕਾਰੋਬਾਰ ਹੈਗਾ, ਪਰ ਇਹਦੇ ਵਿੱਚੋਂ ਹੀ ਅਸੀਂ ਆਪਣੀ ਤਰੀਕੇ ਦੇ ਨਾਲ ਸਹਾਇਤਾ ਕਰ ਰਹੇ ਹਾਂ। ਉਹ ਆਤਮਿਕ ਸੰਤੁਸ਼ਟੀ ਦਾ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਹੁੰਦੀ।
ਸਾਨੂੰ ਬੜੀ ਤਸੱਲੀ ਹੈ। ਅਸੀਂ ਆਪਣੇ ਘਰ ਜਾਂਦੇ ਹਾਂ ਤੇ ਸਾਨੂੰ ਸਾਡੀ ਫੈਮਿਲੀ ਪੁੱਛਦੀ ਹੈ ਵੀ ਕਿਸ ਤਰ੍ਹਾਂ ਰਿਹਾ, ਕਿ ਬਹੁਤ ਵਧੀਆ। ਸੱਚੇ ਪਾਤਸ਼ਾਹ ਨੇ ਹੈ ਹਾਲਾਤ ਬੜੇ ਖਰਾਬ, ਪਰ ਅਸੀਂ ਬੜੇ ਸੰਤੁਸ਼ਟ ਹਾਂ। ਅਸੀਂ ਇੰਨੇ ਸਿਲੰਡਰ ਅੱਜ ਦਿੱਤੇ ਆ ਲੋਕਾਂ ਨੂੰ। ਮੇਰੇ ਫਾਦਰ ਪੁੱਛਦੇ ਆ, ਹੀ ਇਜ਼ 85 ਈਅਰ 올ਡ, ਤੇ ਉਹ ਇੱਕ ਜਿਹੜਾ ਦਸਵੰਧ ਹੈ ਉਹ ਨਾਲ ਨਿਕਲੀ ਜਾ ਰਿਹਾ ਹੈ। ਤੇ ਉਸ ਦਸਵੰਧ ਦੀ ਜਿਹੜੀ ਸੈਟੀਸਫੈਕਸ਼ਨ ਹੈ, ਤੁਹਾਨੂੰ ਪਤਾ ਹੀ ਹੈ, ਸੱਚੇ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖਦਾ ਹੈ। ਮੰਦਾ ਤੇਜ਼ੀ ਹੈ, ਸਭ ਠੀਕ ਹੈ, ਪਰ ਮੋਰਲੀ, ਮੈਂਟਲੀ ਔਰ ਪ੍ਰੈਕਟੀਕਲੀ, ਫਾਈਨੈਂਸ਼ੀਅਲੀ ਅਸੀਂ ਬੜੀ ਚੜ੍ਹਦੀ ਕਲਾ 'ਚ। ਤੁਹਾਨੂੰ ਹੁਣ ਲੋਕਾਂ ਨੇ ਮੇਰੇ ਖਿਆਲ ਨਾਲ ਮੁਫਤ ਆਕਸੀਜਨ ਵਾਲੇ ਸਰਦਾਰ ਜੀ ਕਹਿ ਕੇ ਪੁਕਾਰਨ ਲੱਗ ਜਾਣਾ। ਚਲੋ ਬੜੀ ਮਿਹਰਬਾਨੀ ਹੈ ਜੀ, ਪਰ ਅਸੀਂ ਚਾਹੁੰਦੇ ਹਾਂ ਵੀ ਇਹ ਸੇਵਾ ਜਦ ਤੱਕ ਇਹ ਫੈਕਟਰੀ ਰਵੇ, ਜਦ ਤੱਕ ਅਸੀਂ ਕੰਮ ਕਰਦੇ ਹਾਂ ਤਦ ਤੱਕ ਇਹ ਲੱਗੀ ਰਵੇ, ਅਸੀਂ ਸੇਵਾ ਕਰਦੇ ਰਹੀਏ ਤੇ ਸੱਚੇ ਪਾਤਸ਼ਾਹ ਸਾਨੂੰ ਮੌਕਾ ਦੇ ਹੀ ਰੱਖੇ। ਹਰਪ੍ਰੀਤ ਜੀ ਨੇ ਜਿੱਦਾਂ ਦੱਸਿਆ ਕਿ ਤੁਹਾਡੇ ਬਜ਼ੁਰਗਾਂ ਨੇ ਇਹ ਗੱਲ ਕਹੀ ਸੀ ਕਿ ਵੀ ਇਹ ਕੰਮ ਸ਼ੁਰੂ ਰੱਖਣਾ, ਹੁਣ ਇਹ ਜਿਹੜੀ ਪੈੜ ਆ ਆਪਣੀ ਆਉਣ ਵਾਲੀ ਜਨਰੇਸ਼ਨ ਤੱਕ ਵੀ ਅੱਗੇ ਦੇ ਕੇ ਜਾ ਰਹੇ ਹੋ। ਬਿਲਕੁਲ ਜੀ, ਸਾਡੇ ਅਗਲੀ ਜਨਰੇਸ਼ਨ ਨੇ ਟੇਕ ਓਵਰ ਕਰ ਲਿਆ। ਇਹ ਮੇਰਾ ਬੇਟਾ ਇੱਥੇ ਹੀ ਹੈ, ਬਿਜ਼ਨਸ ਦੇਖਦਾ, ਸਾਰੇ ਕੰਮ ਦੇਖਦਾ, ਉਹਨੂੰ ਵੀ ਸਮਝ ਆ ਚੁੱਕੀ ਹੈ ਔਰ ਉਹ ਕਰ ਰਿਹਾ ਹੈ ਕੰਮ। ਔਰ ਛੋਟਾ ਬੇਟਾ ਵੀ, ਫੈਮਿਲੀ ਸਾਰੀ ਉਹ ਪੂਰੇ ਕੰਮਾਂ ਦੇ ਵਿੱਚ ਇਸ ਵਿੱਚ ਕਮਿਟਡ ਹੈ ਔਰ ਇਸ ਨੂੰ ਕੋਈ ਵੀ ਸਾਡੇ ਅੱਗੇ ਆਉਣ ਵਾਲੀ ਜਨਰੇਸ਼ਨ ਪਿੱਛੇ ਨਹੀਂ ਹਟੇਗੀ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਜੀ ਬਲਜੀਤ ਸਿੰਘ ਗਰੇਵਾਲ। ਗਰੇਵਾਲ ਸਾਹਿਬ ਕਿੱਥੋਂ ਆਏ ਹੋ ਤੁਸੀਂ? ਅਸੀਂ ਸੰਗਰੂਰ ਤੋਂ ਆਏ ਜੀ। ਇੱਥੇ ਪਤਾ ਕਿਵੇਂ ਲੱਗਾ ਤੁਹਾਨੂੰ ਵੀ ਆਕਸੀਜਨ ਫ੍ਰੀ ਮਿਲਦੀ ਹੈ, ਤੇ ਤੁਸੀਂ ਇਸ ਸਹੂਲਤ ਨੂੰ ਕਿਵੇਂ ਦੇਖਦੇ ਹੋ ਜਿਹੜੀ ਫ੍ਰੀ ਦੇ ਵਿੱਚ ਆਕਸੀਜਨ ਦੀ ਸੇਵਾ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ? ਐਕਚੁਅਲੀ ਸਾਡਾ ਪੇਸ਼ੈਂਟ ਗ੍ਰੇਸ਼ਨ ਹਸਪੀਟਲ ਦੇ ਵਿੱਚ ਐਡਮਿਟ ਆ। ਸਾਨੂੰ ਉੱਥੋਂ ਐਂਬੂਲੈਂਸ ਵਾਲੇ ਤੋਂ ਪਤਾ ਲੱਗਿਆ ਸੀ ਵੀ ਉੱਥੇ ਤੁਸੀਂ ਸਿਲੰਡਰ ਲੈ ਜਾਓ, ਸਾਨੂੰ ਫ੍ਰੀ ਲੰਗਰਾਂ ਨੂੰ ਸੇਵਾ ਦੇ ਦਿੰਦੇ। ਬਹੁਤ ਵਧੀਆ ਕੰਮ ਕਰ ਰਹੇ ਨੇ ਇਹ, ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ। ਇਹ ਕਿਵੇਂ ਦੇਖਦੇ ਹੋ, ਕਿਉਂਕਿ ਹਰੇਕ ਬੰਦਾ ਆਪਣੇ ਤਰੀਕੇ ਦਾ ਲੰਗਰ ਲਾ ਰਿਹਾ, ਹਰੇਕ ਬੰਦਾ ਆਪਣੇ ਤਰੀਕੇ ਦੀ ਸੇਵਾ ਕਰ ਰਿਹਾ, ਇਹ ਵੀ ਆਪਣੇ ਤਰੀਕੇ ਦੀ ਸੇਵਾ, ਕਿਉਂਕਿ ਕਰੋਨਾ ਦੇ ਪੇਸ਼ੈਂਟ ਜਿਹੜੇ ਨੇ ਉਹਨਾਂ ਨੂੰ ਹੀ ਪਤਾ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਵੀ ਆਕਸੀਜਨ ਕਿੰਨੀ ਜ਼ਰੂਰੀ ਹੈ। ਬਹੁਤ ਇਸ ਵਕਤ ਨੇ ਜੇ ਤੁਸੀਂ ਪੁੱਛੋ ਤਾਂ ਕਿਸੇ ਪਿੱਛੋਂ ਆਕਸੀਜਨ ਮਿਲ ਨਹੀਂ ਰਹੀ, ਬਟ ਉਰੇ ਆ ਕੇ ਸਾਨੂੰ ਕੋਈ ਦਿੱਕਤ ਨਹੀਂ ਹੈ। ਉਰੇ ਦਾ ਬਸ ਜਾਓ ਤੁਸੀਂ ਖਾਲੀ ਲੈ ਆਓ, ਭਰ ਕੇ ਤੁਹਾਨੂੰ ਦੇ ਦਿੰਦੇ ਨੇ ਐਵਰੀ ਟਾਈਮ ਜਦੋਂ ਮਰਜੀ। ਹਾਂਜੀ, ਮੰਨਦੇ ਹੋ ਕਿ ਬਹੁਤ ਵੱਡੀ ਸੇਵਾ ਇਹ ਵੀ ਆਪਣੇ ਵੱਲੋਂ ਕੀਤੀ? ਜੇ ਤੁਸੀਂ ਇਸ ਟਾਈਮ ਦੇਖੋ ਕੋਵਿਡ ਦੇ ਕਰਕੇ ਇਦੋਂ ਵੱਡੀ ਕੋਈ ਸੇਵਾ ਨਹੀਂ ਹੋ ਸਕਦੀ। ਆਕਸੀਜਨ ਤੇ ਬੰਦਾ ਉਹਦੇ ਵਿਦਆਊਟ ਤੁਹਾਨੂੰ ਪਤਾ ਹੀ ਡੈਡ ਆ। ਮੰਨ ਲਈਏ ਕਿ ਜੀਵਨ ਦਾਨ ਦੇ ਰਹੇ ਨੇ ਲੋਕ, ਜੀਵਨ ਦਾਨ ਆ। ਖਾਣ ਤੋਂ ਬੰਦਾ ਅਕਸਰ ਰਹਿ ਸਕਦਾ, ਪਰ ਆਕਸੀਜਨ ਬਿਨਾਂ ਇੱਕ ਸਕਿੰਟ ਨਹੀਂ ਰਹਿ ਸਕਦਾ। ਬਾਈ ਕੀ ਨਾਮ ਤੁਹਾਡਾ ਜੀ? ਕੁਲਦੀਪ ਸਿੰਘ। ਕੁਲਦੀਪ ਜੀ ਕਿਵੇਂ ਦੇਖਦੇ ਹੋ ਇਸ ਸੇਵਾ ਨੂੰ ਤੁਸੀਂ ਸਿੱਧੇ ਤੌਰ ਤੇ? ਬਹੁਤ ਵਧੀਆ ਮੰਨਦੇ ਜੀ, ਬਹੁਤ ਵਧੀਆ ਚੰਗੀ ਮੰਨਦੇ ਆ ਜੀ ਵੀ ਜਿਹੜੀ ਅੱਜ ਦੇ ਟਾਈਮ 'ਚ ਇਹ ਬਹੁਤ ਵਧੀਆ ਕਰ ਰਹੇ ਨੇ, ਸੇਵਾ ਕਰ ਰਹੇ ਨੇ। ਕਿਉਂਕਿ ਕਰੋਨਾ ਦੇ ਸਮੇਂ ਦੇ ਵਿੱਚ ਜਿਵੇਂ ਬਾਈ ਹੁਣਾਂ ਨੇ ਕਿਹਾ ਕਿ ਆਕਸੀਜਨ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ। ਉਹ ਬਿਲਕੁਲ ਜੀ, ਸਭ ਤੋਂ ਵੱਡੀ ਜ਼ਰੂਰੀ ਇਹੀ ਹੈ ਨਾ ਜੀ, ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ ਮੰਨ ਲਾ ਹੁਣ ਇਹ ਸੇਵਾ ਕਰ ਰਹੇ ਨੇ, ਜਿਹੜੀ ਹੁਣ ਇਹ ਆਕਸੀਜਨ ਦੇ ਰਹੇ ਨੇ, ਸਭ ਤੋਂ ਵਧੀਆ ਗੱਲ ਹੈ ਇਹ ਹੈ ਜੀ। ਤੁਹਾਨੂੰ ਲੱਗਦਾ ਕਿ ਇਦਾਂ ਦੇ ਬੰਦੇ ਹੋਰ ਵੀ ਹੋਣੇ ਚਾਹੀਦੇ ਜਿਹੜੇ ਲਗਾਤਾਰ ਸੇਵਾ ਕਰਦੇ? ਬਿਲਕੁਲ ਜੀ, ਬਿਲਕੁਲ ਹੋਣੇ ਚਾਹੀਦੇ ਨੇ, ਸਭ ਤੋਂ ਵੱਧ ਇਹ ਹੋਣੇ ਚਾਹੀਦੇ ਨੇ ਜਿਹੜੇ ਸੇਵਾ ਕਰਦੇ ਆ। ਇਸ ਵਕਤ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਜਿਹੜੇ ਅੰਦਰੋਂ ਫ੍ਰੀ ਆਕਸੀਜਨ ਲੈ ਕੇ ਇੱਥੇ ਆਏ ਨੇ। ਸਰ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਅਮਰੀਕ ਸਿੰਘ ਹੈ ਜੀ। ਮੇਰੇ ਫਾਦਰ ਸਾਹਿਬ ਸਰਦਾਰ ਅਜੈਬ ਸਿੰਘ, ਉਹਨਾਂ ਨੂੰ ਕੋਵਿਡ ਸੀ ਤੇ ਉਹਨਾਂ ਨੂੰ ਅਸੀਂ 13 ਦਿਨ ਮਾਇਓ ਹਸਪਤਾਲ ਵਿੱਚ ਰੱਖਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੁੱਟੀ ਉਹਨਾਂ ਨੇ ਕਰਤੀ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਘੱਟੋ ਘੱਟ 10 ਦਿਨ ਜਾਂ 15 ਦਿਨ ਇਹਨਾਂ ਨੂੰ ਆਕਸੀਜਨ ਤੇ ਰੱਖਣਾ ਪਵੇਗਾ। ਤੇ ਸਾਨੂੰ ਕਿਸੇ ਰਾਹੀਂ ਪਤਾ ਲੱਗਿਆ ਕਿ ਇੱਥੋਂ ਫ੍ਰੀ ਦੇ ਵਿੱਚ ਸਿਲੰਡਰ ਭਰਦੇ ਨੇ। ਅਸੀਂ ਇੱਥੇ ਆਏ ਤੇ ਅਸੀਂ 5-6 ਦਿਨ ਤੋਂ ਲਗਾਤਾਰ ਇਹ ਸਿਲੰਡਰ ਲਿਜਾ ਰਹੇ ਹਾਂ ਭਰ ਕੇ, ਤੇ ਅਜੇ ਤੱਕ ਸਾਨੂੰ ਇੱਥੋਂ ਕੋਈ ਦਿੱਕਤ ਨਹੀਂ ਆਈ। ਕੋਈ ਪੈਸੇ ਤੁਹਾਡੇ ਤੋਂ ਵਸੂਲ ਨਹੀਂ ਕੀਤੇ ਜਾ ਰਹੇ? ਪੈਸੇ ਵਸੂਲ ਨਹੀਂ ਕੀਤੇ। ਸਿਲੰਡਰ ਤੁਸੀਂ ਕਿੱਥੋਂ ਲਿਆ? ਕਿਉਂਕਿ ਇਹ ਵੀ ਪਤਾ ਲੱਗਾ ਵੀ ਇੱਕ ਸੁਸਾਇਟੀ ਉਹ ਵੀ ਹੈ ਜਿਹੜੀ ਮਦਦ ਕਰ ਰਹੀ ਹੈ ਸਿਲੰਡਰ ਦੇਣ ਦੇ ਵਿੱਚ। ਸਿਲੰਡਰ ਅਸੀਂ ਅਸਲ ਵਿੱਚ ਜੀ ਹਸਪਤਾਲ ਵਾਲਿਆਂ ਨੇ ਸਾਡੀ ਸੇਵਾ ਉਹ ਕਰਤੀ ਸੀ, ਮਦਦ ਕਰ ਹਾਂ ਮਦਦ ਕਰਤੀ। ਤੇ ਹੁਣ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਿਲੰਡਰ ਲੈਂਦੇ ਨੂੰ, ਫ੍ਰੀ ਭਰਾਉਂਦੇ ਨੂੰ? ਤਕਰੀਬਨ 5-6 ਦਿਨ ਹੋ ਗਏ। ਤੇ ਫਾਦਰ ਸਾਹਿਬ ਦੀ ਸਿਹਤ ਹੁਣ ਠੀਕ ਹੈ, ਅੱਗੇ ਨਾਲੋਂ ਦਰੁਸਤ ਨੇ? ਅੱਗੇ ਨਾਲੋਂ ਹੈ ਥੋੜਾ ਜਿਹਾ ਫਰਕ ਆ, ਪਰ ਜਾਣੀਏ ਜੇ ਸਾਨੂੰ ਇਹ ਨਹੀਂ ਪੱਕਾ ਪਤਾ ਵੀ ਸਾਨੂੰ ਕਿੰਨਾ ਚਿਰ ਹੋਰ। ਇਹ ਜਿਹੜਾ ਇਸ ਪਰਿਵਾਰ ਦੇ ਵੱਲੋਂ, ਇਸ ਫੈਕਟਰੀ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ, ਇਸ ਉਪਰਾਲੇ ਨੂੰ ਤੁਸੀਂ ਕਿਸ ਨਜ਼ਰੀਏ ਨਾਲ? ਅਸੀਂ ਤਾਂ ਇਹਨੂੰ ਬਹੁਤ ਐਪਰੀਸ਼ੀਏਟ ਕਰਾਂਗੇ। ਅਸੀਂ ਤਾਂ ਚਾਹੁੰਦੇ ਵੀ ਇਹੋ ਜਿਹੇ ਹੋਰ ਵੀ ਸੱਜਣ ਹੋਣੇ ਚਾਹੀਦੇ ਨੇ ਜਿਹੜੇ ਕਿ ਇਹੋ ਜਿਹੇ ਭਿਆਨਕ ਸਮੇਂ ਦੇ ਵਿੱਚ ਲੋਕਾਂ ਦੀ ਮਦਦ ਕਰ ਸਕਣ। ਤੇ ਕਿਉਂਕਿ ਕਰੋਨਾ ਇੱਕ ਬਹੁਤ ਇਸ ਵੇਲੇ ਵੱਡੀ ਸਮੱਸਿਆ ਬਣਿਆ ਹੋਇਆ ਹੈ। ਜਦੋਂ ਪਤਾ ਲੱਗਾ ਸੀ ਕਿ ਫਾਦਰ ਸਾਹਿਬ ਨੂੰ ਕਰੋਨਾ ਹੋ ਗਿਆ, ਉਦੋਂ ਕੀ ਚੱਲ ਰਿਹਾ ਸੀ ਜ਼ਿਹਨ ਦੇ ਵਿੱਚ? ਅਸਲ ਵਿੱਚ ਸਾਨੂੰ ਤਾਂ ਡਰ ਪੈ ਗਿਆ ਸੀ ਕਿਉਂਕਿ ਉਹਨਾਂ ਦੀ ਉਮਰ ਬਹੁਤ ਹੈ, 95 ਸਾਲ ਦੀ ਉਮਰ ਹੈ। ਪਰ ਪਰਮਾਤਮਾ ਨੇ ਸੁਣ ਲਈ ਕਿ ਹੁਣ ਉਹ ਤਕਰੀਬਨ ਕਾਫੀ ਹੱਦ ਤੱਕ ਠੀਕ ਨੇ। ਤਾਂ ਲੱਗਦਾ ਕਿ ਇਦਾਂ ਦੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਤਾਂ ਜੋ ਲੋਕ ਜਿਹੜੇ ਨੇ ਮਦਦ ਹੋਰ ਵੀ ਲੋਕ ਇਹੋ ਜਿਹੇ ਹੋਣ, ਦਾਨੀ ਸੱਜਣ ਹੋਣ ਵੀ ਜਿਹੜੇ ਇਹੋ ਜਿਹਾ ਕੰਮ ਕਰਨ ਜੀ।
ਤਾਂ ਕਿ ਲੋਕਾਂ ਦੀ ਮਦਦ ਹੋ ਸਕੇ, ਲੋੜਵੰਦਾਂ ਦੀ ਮਦਦ ਹੋ ਸਕੇ। ਬਾਈ ਕੀ ਨਾਮ ਹੈ ਤੁਹਾਡਾ? ਮੇਰਾ ਨਾਂ ਹਰਕਮਲਜੀਤ ਸਿੰਘ ਵੀਰੇ। ਕਮਲ ਕਿੱਥੋਂ ਆਏ ਹੋ ਤੁਸੀਂ? ਅਸੀਂ ਬਈ ਸੰਗਰੂਰ ਦੇ ਲਾਗੇ ਪਿੰਡ ਸਾਡਾ ਦੁੱਗਾ। ਤੇ, ਨਹੀਂ ਆਕਸੀਜਨ ਦੀ ਲੋੜ ਪਈ ਹੈ ਇਸ ਵਕਤ? ਹਾਂਜੀ, ਮੇਰੇ ਤਾਇਆ ਜੀ ਐਡਮਿਟ ਨੇ ਜੀ, ਉਹਨਾਂ ਨੂੰ ਅਸੀਂ ਪਰਸੋਂ ਦੇ ਲੱਭ ਰਹੇ ਹਾਂ, ਸਾਨੂੰ ਖਾਲੀ ਸਿਲੰਡਰ ਹੀ ਨਹੀਂ ਮਿਲ ਰਿਹਾ। ਇਹ ਤਾਂ ਕਹਿੰਦੇ ਵੀ ਅਸੀਂ ਭਰਤਾ ਵਿਦਆਊਟ ਐਨੀ ਕਾਸਟ ਭਰ ਦਿਆਂਗੇ, ਪਰ ਖਾਲੀ ਸਿਲੰਡਰ ਹੀ ਨਹੀਂ ਮਿਲ ਰਹੇ ਵੀਰੇ ਕਿਸੇ ਪਾਸਿਓਂ ਵੀ। ਅਸੀਂ ਸੰਗਰੂਰ ਵੀ ਪਤਾ ਕਰਿਆ, ਮਲੇਰਕੋਟਲੇ ਵੀ ਪਤਾ ਕਰਿਆ, ਪਟਿਆਲੇ ਵੀ ਕਰਿਆ ਤੇ ਇੱਥੇ ਵੀ ਫਿਰਦੇ ਹਾਂ ਬਈ। ਪਰਸੋਂ 3 ਦਿਨ ਹੋ ਗਏ ਬਈ, ਖਾਲੀ ਸਿਲੰਡਰ ਨਹੀਂ ਮਿਲ ਰਿਹਾ। ਉਹਦਾ ਇਹ ਕਹਿੰਦੇ ਆਪਣੇ ਵੱਲੋਂ ਵੀ ਅਸੀਂ ਫ੍ਰੀ 'ਚ ਤੁਹਾਨੂੰ ਦੇ ਦੇਵਾਂਗੇ, ਕੋਈ ਦਿੱਕਤ ਨਹੀਂ ਆਏਗੀ। ਉਹ ਕਹਿੰਦੇ ਵੀ ਜੇ ਤੁਸੀਂ ਪੇਸ਼ੈਂਟ ਲਈ ਲੈ ਕੇ ਜਾਣਾ ਡਾਇਰੈਕਟ 1-2 ਸਿਲੰਡਰ ਜਿੰਨੇ ਵੀ ਹੈਗੇ ਆ ਤਾਂ ਅਸੀਂ ਰੀਫਿਲ ਫ੍ਰੀ ਕਰਕੇ ਦੇਵਾਂਗੇ। ਹਾਂ, ਜਾਣੀ ਕਿ ਆਪਣੇ ਵੱਲੋਂ ਤੁਸੀਂ ਮੰਨਦੇ ਹੋ ਕਿ ਇਹਨਾਂ ਦੇ ਵੱਲੋਂ ਵਧੀਆ ਸੇਵਾ ਕੀਤੀ ਜਾ ਰਹੀ ਹੈ? ਬਿਲਕੁਲ ਵੀਰੇ, ਵਧੀਆ ਕਰੀ ਜਾ ਰਹੀ ਹੈ, ਪਰ ਆਪਣੀ ਗਵਰਨਮੈਂਟ ਨਹੀਂ ਕੋਈ ਅੱਛਾ ਸਟੈਪ ਚੱਕ ਰਹੀ। ਉਹ ਤਾਂ ਪਿਛਲੇ ਸਾਲ ਤੋਂ ਆਪਾਂ ਦੇਖ ਰਹੇ ਹਾਂ, ਪਰ ਇਹਨਾਂ ਨੇ ਕੋਈ ਪ੍ਰੋਗਰੈਸ ਨਹੀਂ ਕਰੀ। ਉਹੀ ਸ਼ਾਰਟੇਜ, ਉਹੀ ਸੇਮ ਪ੍ਰੋਬਲਮਸ 2020 ਚ ਵੀ ਸੀ ਤੇ ਹੁਣ 2021 ਚੱਲ ਪਿਆ, ਤੇ ਉਹੀ ਸ਼ਾਰਟੇਜ ਹੁਣ ਵੀ ਆ। ਨਾ ਹੀ ਪੰਜਾਬ ਗਵਰਨਮੈਂਟ ਕੁਝ ਕਰ ਰਹੀ ਹੈ, ਨਾ ਹੀ ਸੈਂਟਰ ਗਵਰਨਮੈਂਟ ਕੁਝ ਕਰ ਰਹੀ। ਮੰਨ ਕੇ ਚੱਲੀਏ ਵੀ ਸਰਕਾਰਾਂ ਦਾਅਵੇ ਕਰ ਰਹੀਆਂ ਨੇ ਤੇ ਸੇਵਾ ਆਮ ਲੋਕ ਕਰ ਰਹੇ ਨੇ। ਹਾਂ ਬਿਲਕੁਲ ਵੀਰੇ, ਜਿਹਦਾ ਹੱਥ ਪੈਂਦਾ ਉਹ ਸਾਰੇ ਬੰਦੇ ਸੇਵਾ ਕਰ ਰਹੇ ਆ। ਪਹਿਲਾਂ ਦੇਖਿਆ ਹੀ ਆਪਾਂ ਪੰਜਾਬ 'ਚ ਕਿੰਨੇ ਲੋਕਾਂ ਨੇ ਰਾਸ਼ਨ ਪਾਣੀ ਵੰਡਿਆ। ਸਰਕਾਰ ਨੇ ਤਾਂ ਹੱਥ ਖੜੇ ਕਰਤੇ ਵੀ ਸਾਨੂੰ ਪੈਸੇ ਦਿਓ, ਠੇਕੇ ਖੋਲ੍ਹਤੇ ਵੀ ਠੇਕੇ ਦੇ ਸਿਰ ਤੋਂ ਪੰਜਾਬ ਦੀ ਇਕਨੋਮੀ ਚੱਲਦੀ ਆ। ਤੇ ਪਰ ਇਹ ਸਰਕਾਰ ਤਾਂ ਕੁਝ ਨਹੀਂ ਕਰ ਰਹੀ ਵੀਰੇ। ਆਮ ਬੰਦੇ ਦੂਜੇ ਬੰਦੇ ਦੀ ਹੈਲਪ ਕਰ ਰਿਹਾ, ਜਿਹਦਾ ਹੱਥ ਪੈਂਦਾ, ਜਿੰਨਾ ਕੁ ਪੈਂਦਾ, ਪਰ ਇੱਕ ਬੰਦਾ ਆਪਣੇ ਦਾ ਕਰ ਰਿਹਾ ਬਈ। ਲੱਗਦਾ ਕਿ ਇਦਾਂ ਦੇ ਬੰਦੇ ਹੋਰ ਵੀ ਹੋਣੇ ਚਾਹੀਦੇ ਜਿਹੜੇ ਸੇਵਾ ਕਰੀ ਜਾਣ ਇਸ ਤਰੀਕੇ ਨਾਲ, ਕਿਉਂਕਿ ਸਰਕਾਰਾਂ ਤੋਂ ਤਾਂ ਲੋਕਾਂ ਨੂੰ ਆਸਾਂ ਜਿੰਨੀਆਂ ਹੁੰਦੀਆਂ ਉਨੀਆਂ ਆਸਾਂ ਤੇ ਸਰਕਾਰਾਂ ਖਰੀਆਂ ਨਹੀਂ ਉਤਰਦੀਆਂ। ਬਿਲਕੁਲ ਬਈ, ਬਿਲਕੁਲ ਬੰਦੇ ਹੋਣੇ ਚਾਹੀਦੇ ਇਹੋ ਜਿਹੇ, ਤੇ ਇਹਨਾਂ ਕਰਕੇ ਬਹੁਤ ਲੋਕਾਂ ਦੀ ਜਾਨ ਬਚਦੀ ਹੈ ਬਈ। ਹੁਣ ਜਿਵੇਂ ਅਸੀਂ ਹੋਈ ਆ, ਸਾਨੂੰ ਲੋੜ ਆ ਹਨਾ, ਸਾਨੂੰ ਜਦੋਂ ਸਿਲੰਡਰ ਮਿਲ ਗਿਆ, ਸਾਨੂੰ ਬਾਏ ਤਾਂ ਹੈ ਘੱਟੋ ਘੱਟ ਸਾਨੂੰ ਆਕਸੀਜਨ ਤਾਂ ਮਿਲ ਹੀ ਜਾਊਗੀ ਇੱਥੋਂ। ਵੈਸੇ ਵੀ ਜਿਹੜੇ ਕਰੋਨਾ ਦੇ ਪੇਸ਼ੈਂਟ ਜਾਂ ਉਹਨਾਂ ਦੇ ਪਰਿਵਾਰ ਨੇ, ਉਹਨਾਂ ਨੂੰ ਹੀ ਪਤਾ ਵੀ ਇਸ ਵੇਲੇ ਆਕਸੀਜਨ ਦੀ ਕੀਮਤ ਕੀ ਹੈਗੀ ਅਸਲ। ਬਿਲਕੁਲ ਵੀਰੇ, ਬਿਲਕੁਲ। ਆਕਸੀਜਨ ਆਮ ਬੰਦੇ ਨੂੰ ਤਾਂ ਆਇਆ ਵੀ ਚੱਲ ਹੁਣ ਆਪਾਂ ਦਰਖਤ ਪਹਿਲਾਂ ਵੱਢੀ ਗਏ ਆ, ਹੁਣ ਪਤਾ ਲੱਗਦਾ ਨਾ ਵੀ ਆਕਸੀਜਨ ਦੀ ਵੈਲਿਊ ਕੀ ਹੈ, ਜਦੋਂ ਬੰਦਾ ਪੇਸ਼ੈਂਟ ਨੂੰ ਸਾਹ ਹੀ ਨਹੀਂ ਆਉਂਦਾ। ਸਾਡੇ ਤਾਂ 2 ਟ੍ਰੈਜਡੀਆਂ ਹੋ ਗਈਆਂ। ਮੇਰੇ ਦਾਦੀ ਭੂਆ ਤੇ ਮੇਰੇ ਦਾਦਾ ਜੀ ਦਾ ਕਰੋਨਾ ਕਰਕੇ ਐਕਸਪਾਇਰ ਹੀ ਹੋ ਗਏ, ਤੇ ਮੇਰੇ ਤਾਇਆ ਜੀ ਐਡਮਿਟ ਨੇ ਇੱਥੇ, ਤੇ ਉਹ ਰੱਬ ਦੇ ਸ਼ੁਕਰ ਨਾਲ ਵੀ ਠੀਕ ਹੋ ਗਏ ਬਈ। ਤੇ ਹੁਣ ਉਹਨਾਂ ਨੂੰ ਅਸੀਂ ਘਰੇ ਲੈ ਕੇ ਜਾਣਾ, ਤਾਂ ਉਹ ਕਹਿੰਦੇ ਵੀ ਆਕਸੀਜਨ ਤੁਹਾਨੂੰ 10 ਤੋਂ 15 ਦਿਨ ਰੱਖਣੀ ਪਊਗੀ, ਪਰ ਹੁਣ ਆਕਸੀਜਨ ਸਿਲੰਡਰ ਹੀ ਨਹੀਂ ਮਿਲ ਰਹੇ ਕਿਤੋਂ। ਤਾਂ ਇਸ ਵਕਤ ਇਹ ਹਾਲਾਤ ਨੇ। ਸਰਕਾਰਾਂ ਦੇ ਉੱਪਰ ਬਹੁਤ ਸਾਰੀਆਂ ਆਸਾਂ ਹੁੰਦੀਆਂ ਨੇ, ਪਰ ਸਰਕਾਰਾਂ ਉਹਨਾਂ ਆਸਾਂ ਤੇ ਖਰੀਆਂ ਉਤਰਦੀਆਂ ਨਜ਼ਰ ਨਹੀਂ ਆ ਰਹੀਆਂ। ਹਾਲਾਂਕਿ ਇਹ ਤਾਂ ਬਹੁਤ ਚੀਜ਼ਾਂ ਕਹੀਆਂ ਜਾ ਰਹੀਆਂ ਕਿ ਸਰਕਾਰਾਂ ਆਪਣੇ ਤੌਰ ਤੇ ਬਹੁਤ ਕੋਸ਼ਿਸ਼ਾਂ ਕਰ ਰਹੀਆਂ, ਪਰ ਬਾਈ ਹੁਣਾਂ ਨੇ ਵੀ ਸਾਫ਼ ਤੌਰ ਤੇ ਤੁਹਾਨੂੰ ਦੱਸਿਆ ਕਿ ਸਰਕਾਰਾਂ ਦੀ ਭੂਮਿਕਾ ਜੋ 2020 ਦੇ ਵਿੱਚ ਸੀ ਉਹੀ 2021 ਦੇ ਵਿੱਚ ਹੈ। ਸਿਲੰਡਰਾਂ ਦੀ ਹੱਲੇ ਵੀ ਸ਼ਾਰਟੇਜ ਹੈ ਤੇ ਉਹ ਸ਼ਾਰਟੇਜ ਹੱਲੇ ਤੱਕ ਪੂਰੀ ਨਹੀਂ ਹੋ ਰਹੀ। ਫਿਲਹਾਲ ਦੇਖਣਾ ਹੋਵੇਗਾ ਕਿ ਇੱਦਾਂ ਦੇ ਲੋਕ ਜਿਹੜੇ ਆਪਣੇ ਤੌਰ ਤੇ ਮਦਦ ਕਰ ਰਹੇ ਨੇ, ਉਹਨਾਂ ਦੀ ਮਦਦ ਨਾਲ ਕਿੰਨੇ ਕੁ ਲੋਕਾਂ ਨੂੰ ਰਾਹਤ ਮਿਲਦੀ ਹੈ, ਤੇ ਨਾਲ ਦੀ ਨਾਲ ਦੂਜੇ ਪਾਸੇ ਸਰਕਾਰਾਂ ਦੀ ਭੂਮਿਕਾ ਵੀ ਇੱਕ ਸਵਾਲ ਦੇ ਸਾਹਮਣੇ ਖੜੀ ਹੈ। ਸਵਾਲ ਉਹਨਾਂ ਦੇ ਸਾਹਮਣੇ ਖੜੇ ਨੇ ਤੇ ਉਹਨਾਂ ਸਵਾਲਾਂ ਦੇ ਜਵਾਬ ਵੀ ਸਰਕਾਰਾਂ ਨੂੰ ਜ਼ਰੂਰ ਲੱਭਣੇ ਪੈਣਗੇ, ਦੇਣੇ ਪੈਣਗੇ, ਤਾਂ ਜੋ ਲੋਕਾਂ ਦੀ ਮਦਦ ਇਸ ਔਖੀ ਘੜੀ ਦੇ ਵਿੱਚ ਕੀਤੀ ਜਾ ਸਕੇ। ਸਹਿਯੋਗੀ ਜਸਪ੍ਰੀਤ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਮੋਹਾਲੀ।